किताब विपरण की रीत तो सच दा मार्ग भाग 6वां। तीजे कांड दा चौथा भाग गरुड़ पुराण दा 14वां 15वां ਅਤੇ 16ਵਾਂ ਸੰਖੇਪ ਅਧਿਆਇ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14ਵਾਂ ਅਧਿਆਇ। ਗਰੁੜ ਜੀ ਸ੍ਰੀ ਭਗਵਾਨ ਵਿਸ਼ਨੂੰ ਜੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ हे ਭਗਵਾਨ, ਜਮਲੋਕ ਦਾ ਵਿਸਥਾਰ ਕਿੰਨਾ ਹੈ, ਉਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਜਮਰਾਜ ਦੀ ਸਭਾ ਵਿੱਚ ਕੌਣ ਕੌਣ ਬੈਠਦਾ ਹੈ। ਸ੍ਰੀ ਵਿਸ਼ਨੂੰ ਜੀ ਕਹਿਣ ਲੱਗੇ ਕਿ हे ਗਰੁੜ, ਧਰਮਰਾਜ ਦੀ ਪੁਰੀ ਬੜੇ ਪੁੰਨ ਕਰਮਾਂ ਦੇ ਨਾਲ ਮਿਲਦੀ ਹੈ। ਦੱਖਣ ਪੱਛਮ ਦੀ ਨੁਕਰੇ ਜੋ ਵੈਵਸਤਪੁਰ ਹੈ, ਵਜਰਮੈ ਹੈ, ਦਿਵੇ ਹੈ, ਸੁਰ ਤੇ ਅਸੁਰਾਂ ਤੋਂ ਪਧੇਨ ਨਹੀਂ ਹੋ ਸਕਦਾ। ਉਹ ਕੂਟ ਦਾ ਅਰਥ ਪਹਾੜ ਦਾ ਝੂਠ ਵੀ ਹੈ ਦਾ ਬਣਿਆ ਹੋਇਆ ਹੈ ਤੇ ਉੱਚੀ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਹੈ। 4000 ਕੋਹ ਦਾ ਉਸ ਦਾ ਵਿਸਥਾਰ ਹੈ। ਉਸ ਵਿੱਚ ਸੈਂਕੜੇ ਗਲੀਆਂ ਹਨ ਜੋ ਝੰਡੀਆਂ ਨਾਲ ਸੁਸ਼ੋਭਿਤ ਹਨ। ਵਿਮਾਨਾਂ ਨਾਲ ਆਕਾਸ਼ ਭਰਿਆ ਰਹਿੰਦਾ ਹੈ ਤੇ ਗਾਣ ਵਜਾਉਣ ਨਾਲ ਸੁੰਦਰ ਸ਼ਬਦ ਹੁੰਦਾ ਰਹਿੰਦਾ ਹੈ। ਬਾਗ ਤੇ ਫੁਲਵਾੜੀਆਂ ਅਤੀ ਸੁੰਦਰ ਹਨ ਤੇ ਭਾਂਤ ਭਾਂਤ ਦੇ ਪੰਛੀ ਬੋਲ ਰਹੇ ਹਨ। ਇਸ ਅਦਭੁਤ ਸਭਾ ਵਿੱਚ ਚਿੱਤਰਗੁਪਤ ਇੱਕ ਸੁੰਦਰ ਆਸਣ ਪਰ ਬੈਠਦਾ ਹੈ। ਚਿੱਤਰਗੁਪਤ ਦੇ ਘਰ ਦੀ ਪੂਰਬ ਦਿਸ਼ਾ ਵੱਲ ਜਬਰ ਦਾ ਬੜਾ ਭਾਰੀ ਘਰ ਹੈ। ਦੱਖਣ ਦਿਸ਼ਾ ਵੱਲ ਸੂਲ ਤੇ ਵਿਸਫੋਟ ਦਾ ਘਰ ਹੈ। ਪੱਛਮ ਦਿਸ਼ਾ ਵੱਲ ਕਾਲਪਾਸ, ਅਜੀਰਨ ਅਤੇ ਅਰੁਚੀ ਦੇ ਥਾਂ ਹਨ। ਉੱਤਰ ਦਿਸ਼ਾ ਵੱਲ ਰਾਜ ਰੋਗ ਤੇ ਪਾਂਡੂ ਰੋਗ ਦਾ ਘਰ ਹੈ। ਈਸ਼ਾਨ, ਉੱਤਰ ਅਤੇ ਪੂਰਬ ਕੋਣ ਵੱਲ ਸਿਰ ਦੀ ਪੀੜ ਤੇ ਅਗਨੀ ਕੋਣ ਵੱਲ ਮੂਰਛਾ ਦਾ ਘਰ ਹੈ। ਨੈਰਤ ਕੋਣ ਵਿੱਚ ਅਤੀਸਾਰ ਤੇ ਵਾਯਵਜ ਕੋਣ ਵਿੱਚ ਸ਼ੀਤ ਦੇ ਦਾਹ ਦਾ ਘਰ ਹੈ। ਇਹਨਾਂ ਅਨੇਕਾਂ ਰੋਗਾਂ ਵਿੱਚ ਘਿਰੇ ਹੋਏ ਚਿੱਤਰਗੁਪਤ ਮਨੁੱਖਾਂ ਦੇ ਚੰਗੇ ਤੇ ਮੰਦੇ ਕਰਮਾਂ ਨੂੰ ਲਿਖਦਾ ਹੈ। ਇਸ ਤੋਂ ਅੱਗੇ ਮਹਾਨ ਪ੍ਰਕਾਸ਼ਵਾਨ ਧਰਮਰਾਜ ਦਾ ਰਤਨਮਈ ਮੰਦਰ ਹੈ, ਜਿਸ ਵਿੱਚ ਬਿਜਲੀ ਦੀ ਜਵਾਲਾ ਤੇ ਸੂਰਜ ਦੇ ਸਮਾਨ ਪ੍ਰਕਾਸ਼ ਹੈ। ਲੰਬਾਈ ਚੌੜਾਈ 800 ਕੋਹ ਤੇ ਉਚਾਈ 200 ਕੋਹ ਹੈ। ਨੋਟ ਤੀਸਰੇ ਅਧਿਆਏ ਵਿੱਚ ਧਰਮਰਾਜ ਲੋਕ ਸਿਰਫ 40 ਯੋਜਨ ਲਿਖਿਆ ਹੈ। ਇਹ ਮੰਦਰ ਹਜ਼ਾਰਾਂ ਖੰਭਿਆਂ ਦੇ ਸਹਾਰੇ ਤੇ ਮਣੀਆਂ ਨਾਲ ਸ਼ੋਭਨੀਕ ਹੈ। ਸੋਨੇ ਨਾਲ ਅਲੰਕ੍ਰਿਤ ਤੇ ਕਈ ਤਰ੍ਹਾਂ ਦੇ ਮਹਿਲਾਂ ਤੇ ਬਾਗਾਂ ਨਾਲ ਭਰਿਆ ਹੋਇਆ ਹੈ। ਨਾਨਾ ਪ੍ਰਕਾਰ ਦੇ ਆਚਰਜ ਕਰਨ ਵਾਲੇ ਸੋਨੇ ਦੇ ਸੈਂਕੜੇ ਦੀਵਾਰ ਨਾਲ ਭਰਿਆ ਹੋਇਆ ਹੈ। ਕਈ ਤਰ੍ਹਾਂ ਦੇ ਦਰਖਤਾਂ ਤੇ ਵੇਲਾਂ ਸੁਸ਼ੋਭਿਤ ਹਨ। ਇਹ ਅਸਥਾਨ ਵਿਸ਼ਵਕਰਮਾ ਨੇ ਆਪਣੇ ਯੋਗ ਦੇ ਪ੍ਰਭਾਵ ਨਾਲ ਬਣਾਇਆ ਹੈ। ਉਸ ਵਿੱਚ 100 ਯੋਜਨ ਉੱਚੀ ਧਰਮਰਾਜ ਦੀ ਦਿਵੇ ਆਭਾ ਹੈ, ਜਿਸ ਦਾ ਸੂਰਜ ਵਰਗਾ ਪ੍ਰਕਾਸ਼ ਹੈ। ਉਸ ਜਗ੍ਹਾ ਨਾ ਤਾਂ ਬਹੁਤੀ ਗਰਮੀ ਹੈ ਤੇ ਨਾ ਹੀ ਅਤੀ ਠੰਡ। ਅਤੀ ਆਨੰਦ ਦੇਣ ਵਾਲੀ ਉਸ ਪੁਰੀ ਵਿੱਚ ਨਾ ਸ਼ੋਕ ਹੈ, ਨਾ ਬੁਢਾਪਾ ਹੈ ਤੇ ਨਾ ਹੀ ਭੁੱਖ ਪਿਆਸ। ਮਨੁੱਖ ਲਈ ਸਭ ਵਸਤੂਆਂ ਉੱਥੇ ਸਦਾ ਹਾਜ਼ਰ ਰਹਿੰਦੀਆਂ ਹਨ ਤੇ ਬੜੇ ਸੁਆਦੀ ਭੋਜਨ ਵੀ ਉੱਥੇ ਤਿਆਰ ਰਹਿੰਦੇ ਹਨ। ਉੱਥੇ ਬਹੁਤ ਮਿੱਠਾ ਤੇ ਸਵਾਦਿਸ਼ਟ ਜਲ ਠੰਡਾ ਤੇ ਗਰਮ ਦੋਹਾਂ ਤਰ੍ਹਾਂ ਦਾ ਹੁੰਦਾ ਹੈ। ਨੋਟ ਤੀਸਰੇ ਅਧਿਆਏ ਵਿੱਚ ਲਿਖਿਆ ਹੈ ਕਿ ਧਰਮਰਾਜ ਦੇ ਲੋਕ ਵਿੱਚ ਹਰ ਵੇਲੇ ਹਾਹਾਕਾਰ ਮਚਿਆ ਰਹਿੰਦਾ ਹੈ, ਜਿਸ ਨੂੰ ਵੇਖ ਕੇ ਚੀਕਾਂ ਨਿਕਲਦੀਆਂ ਰਹਿੰਦੀਆਂ ਹਨ, ਪਰ ਇੱਥੇ ਇਸ ਨੂੰ ਪੂਰਨ ਰੂਪ ਵਿੱਚ ਆਨੰਦਮਈ ਲਿਖਿਆ ਹੈ। ਗਰੁੜ ਪੁਰਾਣ ਅਧਿਆਇ 15ਵਾਂ। ਗਰੁੜ ਜੀ ਪੁੱਛਦੇ ਹਨ ਕਿ हे ਭਗਵਾਨ, ਆਪ ਨੇ ਹੁਣੇ ਕਿਹਾ ਕਿ ਧਰਮਾਤਮਾ ਪੁਰਸ਼ ਸਵਰਗ ਦੇ ਸੁੱਖਾਂ ਨੂੰ ਭੋਗ ਕੇ ਉੱਤਮ ਕੁਲ ਵਿੱਚ ਪੈਦਾ ਹੁੰਦਾ ਹੈ। ਇਸ ਲਈ ਮਾਤਾ ਦੀ ਗੋਦ ਵਿੱਚ ਜਿਵੇਂ ਉਸ ਦੀ ਉਤਪਤੀ ਹੁੰਦੀ ਹੈ, ਕਿਰਪਾ ਕਰਕੇ ਇਸ ਦਾ ਬਿਰਤਾਂਤ ਮੈਨੂੰ ਦੱਸੋ। ਸ੍ਰੀ ਵਿਸ਼ਨੂੰ ਭਗਵਾਨ ਜੀ ਕਹਿੰਦੇ ਹਨ, हे ਗਰੁੜ, ਤੂੰ ਬਹੁਤ ਸੁੰਦਰ ਪ੍ਰਸ਼ਨ ਕੀਤਾ ਹੈ। ਅਸੀਂ ਤੈਨੂੰ ਇਹ ਪਰਮ ਗੁਪਤ ਬਿਰਤਾਂਤ ਦੱਸਦੇ ਹਾਂ, ਜਿਸ ਦੇ ਜਾਣਨ ਨਾਲ ਮਨੁੱਖ ਸਰਬੱਗ ਹੋ ਜਾਂਦਾ ਹੈ। ਵਿਪਰਨ ਕੀ ਰੀਤ ਦੇ ਨਾਲ ਗੁਰਬਾਣੀ ਦਾ ਗਿਆਨ ਵੱਧ ਤੋਂ ਵੱਧ ਉਜਾਗਰ ਕਰਨ ਦਾ ਯਤਨ ਵੀ ਕਰਨ ਦਾ ਪਾਠਕਾਂ ਨਾਲ ਬਚਨ ਕੀਤਾ ਹੋਣ ਦੇ ਕਾਰਨ ਅੱਗੇ ਚੱਲਣ ਤੋਂ ਪਹਿਲਾਂ ਪਾਠਕਾਂ ਦੇ ਧਿਆਨ ਗੋਚਰਾ ਕਰ ਲਈਏ ਕਿ ਗੁਰਬਾਣੀ ਵਿੱਚ ਸਰਬੱਗੈ ਲਫ਼ਜ਼ ਅਕਾਲ ਪੁਰਖ ਦਾ ਸੂਚਕ ਹੈ। ਅਧਰੰ ਧਰੰ ਧਾਰਨਾ, ਨਿਰਧਨੰ ਧਨ ਨਾਮ ਨਰ ਹਰਾ, ਅਨਾਥ ਨਾਥ ਗੋਬਿੰਦੇ, ਬਲਹੀਣ ਬਲ ਕੇਸ਼ਵਾ, ਸਰਬ ਭੂਤ ਦਿਆਲੇ, ਅਚੁੱਤ ਦੀਨ ਬਾਂਧਵ ਦਾਮੋਦਰਾ, ਸਰਬੱਗੈ ਪੂਰਨ ਪੁਰਖ ਭਗਵਾਨੈ, ਭਗਤ ਵਛਲ ਕਰੁਣਾਮਇਆ, ਘਟ ਘਟ ਬਸੰਤ ਵਾਸੁਦੇਵਾ, ਪਾਰ ਬ੍ਰਹਮ ਪਰਮੇਸ਼ਰਾ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ, ਨਹਿ ਬਿਸਰੰਤ
ਨਹਿ ਬਿਸਰੰਤ ਨਾਰਾਇਣਾ। ਪੰਨਾ 1355 ਅਤੇ 56। ਭਗਵਾਨ ਵਿਸ਼ਨੂੰ ਜੀ ਗਰੁੜ ਨੂੰ ਸਮਝਾਉਂਦੇ ਹਨ ਕਿ ਚੰਗੇ ਕਰਮ ਕਰਨ ਵਾਲਾ ਜਿਸ ਤਰ੍ਹਾਂ ਪਵਿੱਤਰ ਪੁਰਸ਼ਾਂ ਦੇ ਘਰ ਵਿੱਚ ਪੈਦਾ ਹੁੰਦਾ ਹੈ, ਇਹ ਵਿਧਾਨ ਤੇ ਉਸ ਦੀ ਮਾਤਾ ਦੇ ਨਿਯਮ ਤੈਨੂੰ ਦੱਸਦੇ ਹਾਂ। ਰਿਤੂ ਕਾਲ ਦੇ ਸਮੇਂ ਇਸਤਰੀਆਂ ਦੇ ਸਰੀਰ ਨੂੰ 4 ਦਿਨਾਂ ਲਈ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਜਦੋਂ ਤੱਕ ਇਸਤਰੀਆਂ ਦੇ ਸਰੀਰ ਵਿੱਚ ਪਾਪ ਰਹਿੰਦਾ ਹੈ, ਇੰਦਰ ਦੀ ਦਿੱਤੀ ਹੋਈ ਬ੍ਰਹਮ ਹੱਤਿਆ ਰਹਿੰਦੀ ਹੈ, ਤਦੋਂ ਤੱਕ ਉਸ ਦਾ ਮੂੰਹ ਨਹੀਂ ਵੇਖਣਾ ਚਾਹੀਦਾ। ਰਿਤੂ ਕਾਲ ਵਾਲੀ ਇਸਤਰੀ ਚੌਥੇ ਦਿਨ ਸੁਚੈਲ ਕੱਪੜਿਆਂ ਸਮੇਤ ਇਸ਼ਨਾਨ ਕਰਕੇ ਸ਼ੁੱਧ ਹੁੰਦੀ ਹੈ। 7 ਦਿਨਾਂ ਤੱਕ ਉਹ ਪਿੱਤਰਾਂ ਤੇ ਦੇਵਤਿਆਂ ਦੀ ਪੂਜਾ ਕਰਨ ਦੇ ਯੋਗ ਹੁੰਦੀ ਹੈ। 7 ਦਿਨਾਂ ਦੇ ਅੰਦਰ ਜੋ ਗਰਭ ਠਹਿਰਦਾ ਹੈ ਉਹ ਮਲੀਨ ਹੁੰਦਾ ਹੈ। 8 ਦਿਨਾਂ ਦੇ ਅੰਦਰ ਜਿਹੜਾ ਪੁੱਤਰ ਹੁੰਦਾ ਹੈ ਉਹ ਥੋੜ੍ਹੀ ਉਮਰ ਵਾਲਾ ਹੁੰਦਾ ਹੈ। ਜੁਗਮ ਸਮ ਰਾਤਾਂ ਵਿੱਚ ਗਰਭ ਧਾਰਨ ਹੋਣ ਨਾਲ ਪੁੱਤਰ ਤੇ ਵਿਖਮ ਰਾਤਾਂ ਵਿੱਚ ਲੜਕੀ ਪੈਦਾ ਹੁੰਦੀ। ਪਹਿਲੀਆਂ 7 ਰਾਤਾਂ ਨੂੰ ਛੱਡ ਕੇ ਜੁਗਮ ਸਮ ਰਾਤ ਵਿੱਚ ਗਰਭ ਧਾਰਨ ਕਰਨਾ ਚਾਹੀਦਾ ਹੈ। ਇਸਤਰੀਆਂ ਦੇ ਰਿਤੂ ਦੀਆਂ 16 ਰਾਤਾਂ ਸਮਾਨ ਕਹੀਆਂ ਗਈਆਂ ਹਨ। 14ਵੀਂ ਰਾਤ ਵਿੱਚ ਜਿਹੜਾ ਗਰਭ ਠਹਿਰਦਾ ਹੈ ਉਸ ਨਾਲ ਜਿਹੜਾ ਪੁੱਤਰ ਪੈਦਾ ਹੁੰਦਾ ਹੈ ਉਹ ਗੁਣਵਾਨ, ਭਾਗਵਾਨ ਤੇ ਧਾਰਮਿਕ ਹੁੰਦਾ ਹੈ। ਇਹ 14ਵੀਂ ਰਾਤ ਸਧਾਰਨ ਜੀਵਾਂ ਨੂੰ ਨਹੀਂ ਮਿਲਦੀ। 5ਵੇਂ ਦਿਨ ਇਸਤਰੀ ਨੂੰ ਮਿੱਠਾ ਭੋਜਨ ਕਰਨਾ ਚਾਹੀਦਾ ਹੈ। ਕੌੜਾ, ਕਰਾਰਾ, ਤੇਜ਼ ਤੇ ਗਰਮ ਭੋਜਨ ਦੂਰ ਤੋਂ ਤਿਆਗ ਦੇਣਾ ਚਾਹੀਦਾ ਹੈ। ਇਹ ਗਰਭਾਸ਼ਯ ਰੂਪੀ ਖੋਤਰ ਔਸ਼ਧਾਂ ਦਾ ਪਾਤਰ ਹੈ। ਬੀਜ ਅੰਮ੍ਰਿਤ ਦਾ ਘਰ ਹੈ। ਉਸ ਵਿੱਚ ਸਵਾਮੀ ਪੁਰਸ਼ ਬੀਜ ਬੋ ਕੇ ਅੱਛਾ ਫਲ ਪਾਉਂਦਾ ਹੈ। ਪੁਰਸ਼ ਪਾਨ ਖਾ ਕੇ, ਫੁੱਲਾਂ ਦੇ ਹਾਰ ਤੇ ਚੰਦਨ ਆਦਿ ਸੁਗੰਧੀਆਂ ਲਾ ਕੇ, ਸਾਫ ਬਸਤਰ ਪਹਿਨ ਕੇ, ਮਨ ਵਿੱਚ ਧਾਰਮਿਕ ਵਿਚਾਰ ਲੈ ਕੇ ਉੱਤਮ ਸੇਜ ਤੇ ਜਾਵੇ। ਸੰਜੋਗ ਸਮੇਂ ਮਨੁੱਖ ਦੇ ਚਿੱਤ ਵਿੱਚ ਜਿਹੋ ਜਿਹੀ ਭਾਵਨਾ ਜਾਂ ਕਲਪਨਾ ਹੁੰਦੀ ਹੈ, ਉਸੇ ਸੁਭਾਅ ਦਾ ਜੀਵ ਉਧਰ ਵਿੱਚ ਪ੍ਰਵੇਸ਼ ਕਰਦਾ ਹੈ। ਆਦਿ ਕਈ ਤਰ੍ਹਾਂ ਦੇ ਵਿਚਾਰ ਅਤੇ ਜਗ ਆਦਿ ਕਰਨੇ ਲਿਖੇ ਹਨ। ਇਹਨਾਂ ਦਾ ਵਾਸਤਾ ਨਾ ਹੀ ਕਿਰਿਆ ਨਾਲ ਹੈ ਤੇ ਨਾ ਹੀ ਇਹ ਗੁਰਮਤਿ ਹੈ। ਗਰੁੜ ਪੁਰਾਣ ਅਧਿਆਇ 16। ਗਰੁੜ ਪੁਰਾਣ ਦਾ ਇਹ ਅੰਤਮ ਅਧਿਆਇ ਹੈ। ਇਸ ਦਾ ਆਰੰਭ ਇਸ ਪ੍ਰਕਾਰ ਦੀ ਮੰਗ ਨਾਲ ਹੈ। ਪਰਮ ਪਵਿੱਤਰ ਸ੍ਰੀ ਵਿਸ਼ਨੂੰ ਭਗਵਾਨ ਜੀ ਤੋਂ ਗਰੁੜ ਜੀ ਪੁੱਛਦੇ ਹਨ ਕਿ ਹੇ ਦਇਆਨਿਧ, ਇਸ ਸੰਸਾਰ ਵਿੱਚ ਅਗਿਆਨ ਨਾਲ ਜੀਵਾਂ ਦਾ ਆਉਣਾ ਮੈਂ ਸੁਣਿਆ ਹੈ। ਹੁਣ ਤੁਸੀਂ ਦੱਸੋ ਕਿ ਜੋ ਸੰਤਾਨ ਮੋਕਸ਼ ਹੈ ਉਸ ਨੂੰ ਪ੍ਰਾਪਤ ਕਰਨ ਦਾ ਕੀ ਉਪਾਅ ਹੈ। ਇਸ ਬਾਰੇ ਸਾਰਾ ਬਿਰਤਾਂਤ ਸੁਣਨਾ ਚਾਹੁੰਦਾ ਹਾਂ। ਹੇ ਸ਼ਰਨਾਗਤ ਵਾਤਸਲ, ਹੇ ਦੇਵਤਿਆਂ ਦੇ ਦੇਵਤਾ, ਹੇ ਭਗਵਾਨ, ਇਹ ਸੰਸਾਰ ਘੋਰ ਦੁੱਖਾਂ ਨਾਲ ਭਰਿਆ ਹੋਇਆ ਹੈ ਤੇ ਸਾਰ ਰਹਿਤ ਹੈ। ਕਈ ਤਰ੍ਹਾਂ ਦੇ ਸਰੀਰਾਂ ਵਿੱਚ ਸਥਿਤ ਅਨੇਕ ਜੀਵ ਸਮੂਹ ਜਨਮ ਲੈਂਦੇ ਹਨ ਤੇ ਮਰ ਜਾਂਦੇ ਹਨ। ਉਹਨਾਂ ਦਾ ਕੋਈ ਅੰਤ ਨਹੀਂ ਹੈ। ਉਹ ਦੁੱਖਾਂ ਨਾਲ ਆਤਰ ਹੀ ਰਹਿੰਦੇ ਹਨ, ਕਦੀ ਸੁਖੀ ਨਹੀਂ ਹੁੰਦੇ। ਸੋ ਹੇ ਮੋਕਸ਼ ਦੇ ਸੁਆਮੀ ਪ੍ਰਭੂ, ਉਹ ਕਿਸ ਉਪਾਅ ਨਾਲ ਇਸ ਸੰਸਾਰ ਤੋਂ ਮੁਕਤ ਹੋ ਸਕਦੇ ਹਨ, ਇਸ ਬਾਰੇ ਕਿਰਪਾ ਕਰਕੇ ਆਪ ਮੈਨੂੰ ਦੱਸੋ। ਇਸ ਅਧਿਆਇ ਵਿਚਲਾ ਵਿਸ਼ਨੂੰ ਦਾ ਭਾਸ਼ਣ ਵੀ ਕਿਰਿਆ ਕਰਮ ਨਾਲ ਸੰਬੰਧਿਤ ਨਹੀਂ ਹੈ। ਗਰੁੜ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਦੱਸ ਕੇ ਦੁੱਖਾਂ ਤੋਂ ਛੁਟਕਾਰੇ ਦਾ ਅਤੇ ਮੁਕਤੀ ਦਾ ਮਾਰਗ ਪੁੱਛਿਆ ਹੈ। ਦੁੱਖ ਅਤੇ ਸੁੱਖ ਬਾਰੇ ਗੁਰਮਤਿ ਵਿਚਾਰ ਅਸਾਂ ਪੁਸਤਕ ਦੇ ਚੌਥੇ ਭਾਗ ਵਿੱਚ ਬੜੇ ਵਿਸਥਾਰ ਨਾਲ ਪੜ੍ਹ ਲਏ ਹਨ। ਜਪ ਸਾਹਿਬ ਦਾ ਪਾਠ ਇਕਾਗਰਤਾ ਨਾਲ ਕਰਨ ਵਾਲੇ ਗੁਰਮੁਖ 5ਵੀਂ ਪੌੜੀ ਦੀ ਇਸ ਪੰਕਤੀ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ ਦੀ ਵਿਚਾਰ ਵੀ ਰੋਜ਼ ਹੀ ਕਰਦੇ ਹਨ। ਬੇਅੰਤ ਜੀਵਾਂ ਨੂੰ ਦੁੱਖ ਭੁੱਖ ਅਤੇ ਕਈ ਤਰ੍ਹਾਂ ਦੇ ਕਲੇਸ਼ ਰਹਿੰਦੇ ਹਨ। ਜਿਸ ਨੂੰ ਵੀ ਉਸ ਦਾਤਾਰ ਦੀ ਦਾਤ ਹੀ ਜਾਣ ਕੇ ਮੂੰਹੋਂ ਇਹ ਅਲਾਪ ਦੇ ਰਹਿਣਾ ਗੁਰਮਤਿ ਹੈ। ਕਹਿਣ ਕਹਾਵਨ ਕੋ ਕਈ ਕੇਤੈ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੇਤੈ ਰਹਾ। ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ। ਸੋਗ ਨਹੀਂ ਸਦਾ ਹਰਖ ਹੀ ਹੈ ਰੇ, ਛੋੜ ਨਾਹੀਂ ਕਿਛ ਲੇਤੈ। ਕਹੋ ਨਾਨਕ ਜਨ ਹਰ 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 ਹੈ, ਕਤ ਆਵੇ ਕਤ ਰਮਤੇ। ਪੰਨਾ 1302। ਜਿਸ ਮੁਕਤੀ ਦੀ ਗੱਲ ਅਥਵਾ ਜਿਸ ਮੋਕਸ਼ ਦੀ ਲੋਚਨਾ ਬ੍ਰਾਹਮਣੀ ਗ੍ਰੰਥ ਕਰਦੇ ਹਨ ਅਥਵਾ ਜਿਸ ਪ੍ਰਕਾਰ ਦੀ ਮੁਕਤੀ ਦੀ ਗੱਲ ਗਰੁੜ ਜੀ ਕਰ ਰਹੇ ਹਨ, ਉਸ ਬਾਰੇ ਗੁਰਮਤਿ ਦਾ ਫਤਵਾ ਇਸ ਪ੍ਰਕਾਰ ਹੈ। ਕਈ ਬੈਕੁੰਠ ਨਾਹੀ ਲਵੈ ਲਾਗੈ, ਮੁਕਤ ਬਪੜੀ ਵੀ ਗਿਆਨੀ ਤਿਆਗੈ। ਏਕ ਓੰਕਾਰ ਸਤਿਗੁਰ ਤੇ ਪਾਈਐ, ਹਉ ਬਲ ਬਲ ਗੁਰ ਦਰਸਾਇਣ। ਪੰਨਾ 1078। ਗਰੁੜ ਪੁਰਾਣ ਦੇ ਪੜ੍ਹਨ ਸੁਣਨ ਦੇ ਫਲ
ਅਸੀਂ ਇਸ ਲੇਖ ਦੇ ਆਰੰਭ ਵਿੱਚ ਹੀ ਪੜ੍ਹ ਲਏ ਹਨ। ਸੋ ਗਰੁੜ ਪੁਰਾਣ ਵਿੱਚ ਇਹੀ ਕੁਝ ਹੈ ਅਤੇ ਅਸੀਂ ਥੋੜ੍ਹੇ ਹੇਰ ਫੇਰ ਨਾਲ ਸਭ ਕੁਝ ਇਹੀ ਕੁਝ ਕਰ ਰਹੇ ਹਾਂ। ਗੁਰਮਤਿ ਨੂੰ ਅਸੀਂ ਪਿੱਠ ਦੇਈ ਤੁਰੇ ਜਾ ਰਹੇ ਹਾਂ। ਸੋ ਇਹ ਪੰਥ ਦੇ ਸਰਬਰਾਹ ਜੀਓ, ਕੰਨ ਲਾ ਕੇ ਸਤਿਗੁਰਾਂ ਦੀ ਸੱਦ ਸੁਣੋ ਅਤੇ ਖਾਓ ਮੋੜਾ। ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹੋਂ ਰੇ ਭਾਈ। ਨਿਗਮ ਹੁਸ਼ਿਆਰ ਪਹਿਰੂਆ, ਦੇਖਤ ਜਮ ਲੈ ਜਾਈ ਰਹਾਓ। ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਕੇਲਾ ਪਾਕਾ ਚਾਰ, ਨਲਿਏਰ ਫਲ ਸੇਂਬਰ ਪਾਕਾ। ਮੂਰਖ ਮੁਗਧ ਗਵਾਰ, ਹਰ ਭਇਓ ਖਾਂਡ। ਰੇਤ ਮੈਂ ਬਿਖਰਿਓ, ਹਸਤੀ ਚੁਨਿਓ ਨਾ ਜਾਈ। ਕਹਿ ਕਮੀਰ ਕੁਲ ਜਾਤ ਪਾਂਤ ਤਜ, ਚੀਂਟੀ ਹੋਏ ਚੁਣ ਖਾਈ। ਪੰਨਾ 972। ਧਿਆਨ ਰਹੇ ਕਿ ਸਾਡੇ ਲਈ ਅੱਜ ਨਿਗਮ ਦਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਤੀਜੇ ਕਾਂਡ ਦਾ ਚੌਥਾ ਭਾਗ, ਗਰੁੜ ਪੁਰਾਣ ਦਾ 14ਵਾਂ, 15ਵਾਂ ਅਤੇ 16ਵਾਂ ਸੰਖੇਪ ਅਧਿਆਇ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।